ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਜਸਪ੍ਰੀਤ ਕੌਰ। ਕਰੋਨਾ ਵਾਇਰਸ ਪੂਰੇ ਵਿਸ਼ਵ ਭਰ ਦੇ ਵਿੱਚ ਫੈਲ ਚੁੱਕਿਆ ਹੈ। ਇਸ ਮਹਾਮਾਰੀ ਨੇ ਇੱਕ ਦੇਸ਼ ਨਹੀਂ ਬਲਕਿ ਸਾਰੇ ਹੀ ਦੇਸ਼ਾਂ ਨੂੰ ਆਪਣੀ ਜਿਹੜੀ ਚਪੇਟ ਦੇ ਵਿੱਚ ਲੈ ਲਿਆ। ਇਸ ਵਕਤ ਹਰ ਇੱਕ ਵਿਅਕਤੀ ਨੂੰ ਜਿਹੜੀ ਉਡੀਕ ਹੈ ਉਹ ਹੈ ਵੈਕਸੀਨ ਦੀ। ਕਰੋਨਾ ਵਾਇਰਸ ਦੀ ਵੈਕਸੀਨ ਕਦੋਂ ਆਵੇਗੀ? ਹਾਲਾਂਕਿ ਕਈ ਦੇਸ਼ਾਂ ਦੇ ਵੱਲੋਂ ਇਸ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ। ਜਦੋਂ ਜਹਿਦ ਲੱਗੀ ਹੋਈ ਹੈ ਵੈਕਸੀਨ ਬਣਾਉਣ ਦੇ ਲਈ। ਇਸ ਰੇਸ ਦੇ ਵਿੱਚ ਭਾਰਤ ਵੀ ਸ਼ਾਮਿਲ ਹੈ। ਭਾਰਤ ਦੇ ਵੱਲੋਂ ਵੀ ਦਾਅਵਾ ਕੀਤਾ ਜਾ ਰਿਹਾ ਕਿ ਕਰੋਨਾ ਵਾਇਰਸ ਦੀ ਵੈਕਸੀਨ ਹੈ ਜਿਹੜੀ ਬੜੀ ਜਲਦ ਤਿਆਰ ਕੀਤੀ ਜਾਵੇਗੀ। ਇਸ ਦੇ ਵਿਚਕਾਰ ਖਬਰ ਸਾਹਮਣੇ ਆਈ ਹੈ ਰੂਸ ਤੋਂ। ਰੂਸ ਦੇ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਕਿ ਉਹਨਾਂ ਦੇ ਵੱਲੋਂ ਕਰੋਨਾ ਵਾਇਰਸ ਦੀ ਵੈਕਸੀਨ ਹੈ ਜਿਹੜੀ ਉਹ ਤਿਆਰ ਕਰ ਲਈ ਗਈ ਹੈ। ਰੂਸ ਦੇ ਜਿਹੜੇ ਰਾਸ਼ਟਰਪਤੀ ਦੀ ਧੀ ਦੇ ਉੱਤੇ ਇਸ ਦਾ ਟਰਾਇਲ ਕੀਤਾ ਗਿਆ, ਪਰ ਇਹ ਵੈਕਸੀਨ ਜਦੋਂ ਬਣੀ ਉਸ ਤੋਂ ਬਾਅਦ ਹੀ ਵਿਵਾਦਾਂ ਦੇ ਵਿੱਚ ਘਿਰ ਗਈ। ਕਈ ਦੇਸ਼ਾਂ ਦਾ ਕਹਿਣਾ ਹੈ ਕਿ ਇਹ ਵੈਕਸੀਨ ਦੇ ਜਿਹੜੇ ਅੰਕੜੇ ਨੇ ਉਹ ਸਹੀ ਨਹੀਂ ਦਿੱਤੇ ਗਏ, ਕਿ ਉਸ ਦੇ ਉੱਤੇ ਜਿਹੜੇ ਅੰਕੜੇ ਨੇ ਕਿ ਉਹ ਕਿੰਨੇ ਵਿਅਕਤੀਆਂ ਦੇ ਉੱਤੇ ਉਸ ਦਾ ਟਰਾਇਲ ਹੋਇਆ, ਉਹ ਅੰਕੜੇ ਅਜੇ ਤੱਕ ਰੂਸ ਦੇ ਵੱਲੋਂ ਜਾਰੀ ਨਹੀਂ ਕੀਤੇ ਗਏ। ਇਸ ਦੇ ਕਈ ਦੇਸ਼ਾਂ ਦੇ ਵੱਲੋਂ ਹੋਰ ਵੀ ਵੱਡੇ ਸਵਾਲ ਖੜੇ ਕੀਤੇ ਗਏ ਨੇ। WHO ਵਿਸ਼ਵ ਸਿਹਤ ਸੰਗਠਨ ਦੇ ਵੱਲੋਂ ਵੀ ਜਿਹੜਾ ਇਸ ਵੈਕਸੀਨ ਦੇ ਉੱਤੇ ਕਈ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ, ਪਰ ਰੂਸ ਦੇ ਵਿੱਚ ਇਸ ਨੂੰ ਸਿਹਤ ਮੰਤਰਾਲੇ ਦੇ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ ਤੇ ਇਹ ਜਿਹੜੀ ਵੈਕਸੀਨ ਹੈ ਪਹਿਲੀ ਅਜਿਹੀ ਵੈਕਸੀਨ ਹੈ ਜਿਹੜੀ ਕਿ ਰਜਿਸਟਰਡ ਵੀ ਹੋ ਚੁੱਕੀ ਹੈ। ਇਸ ਦੇ ਵਿਚਕਾਰ ਜੇਕਰ ਮੈਂ ਤੁਹਾਨੂੰ ਦੱਸਾਂ ਕਿ ਕੋਈ ਵੀ ਵੈਕਸੀਨ ਹੈ ਜਿਹੜੀ ਉਹ ਬਣਾਉਣ ਦੇ ਵਿੱਚ ਘੱਟੋ ਘੱਟ 8 ਤੋਂ 10 ਸਾਲ ਦਾ ਸਮਾਂ ਲੱਗਦਾ ਹੈ, ਪਰ ਜਦੋਂ ਵੀ ਕੋਈ ਮਹਾਮਾਰੀ ਆਉਂਦੀ ਹੈ ਤਾਂ ਉਸ ਮਹਾਮਾਰੀ ਦੇ ਬਚਣ ਦੇ ਲਈ ਉਹ ਵੈਕਸੀਨ ਨੂੰ ਜਲਦ ਤੋਂ ਜਲਦ ਤਿਆਰ ਕਰਨ ਦੀ ਜਿਹੜੀ ਕੋਸ਼ਿਸ਼ਾਂ ਨੇ ਉਹ ਕੀਤੀਆਂ ਜਾਂਦੀਆਂ ਨੇ, ਜਿਹੜੀ ਕਿ ਹੁਣ ਇਸ ਦੌਰ ਦੇ ਵਿੱਚ ਵੀ ਹੋ ਰਹੀਆਂ ਨੇ। ਕਰੋਨਾ ਵਾਇਰਸ 6 ਤੋਂ 7 ਮਹੀਨੇ ਪੁਰਾਣਾ ਹੈ, ਪਰ ਕੋਈ ਵੀ ਵੈਕਸੀਨ ਬਣਾਉਣ ਦੇ ਲਈ 8 ਤੋਂ 10 ਸਾਲ ਲੱਗਦੇ ਨੇ। ਤਾਂ ਕਿਵੇਂ ਇੰਨੀ ਜਲਦੀ ਜਿਹੜੀ ਹੈ ਉਹ ਕਿਵੇਂ ਕੋਈ ਵੈਕਸੀਨ ਤਿਆਰ ਹੋ ਸਕਦੀ ਹੈ? ਇਸ ਦੀਆਂ ਵੀ ਉਦਾਹਰਨਾਂ ਪਿਛਲੇ ਕਈ ਸਮੇਂ ਦੇ ਵਿੱਚ ਵੀ ਇਹ ਉਦਾਹਰਨਾਂ ਜਿਹੜੀਆਂ ਸਾਹਮਣੇ ਆ ਚੁੱਕੀਆਂ ਨੇ, ਕਿਉਂਕਿ ਜਦੋਂ ਵੀ ਕੋਈ ਅਜਿਹੀ ਮਹਾਮਾਰੀ ਆਉਂਦੀ ਹੈ ਤਾਂ ਉਸ ਨੂੰ ਜਲਦ ਤੋਂ ਜਲਦ ਉਸ ਦਾ ਤੋੜ ਕੱਢਣ ਦੇ ਲਈ ਜਿਹੜੀ ਹੈ ਉਹ ਦਵਾਈ, ਉਹਦੀ ਵੈਕਸੀਨ ਉਹਦੀ ਤਿਆਰ ਕੀਤੀ ਜਾਂਦੀ ਹੈ। ਤੁਹਾਨੂੰ ਦੱਸ ਦੇਵਾਂ ਕਿ ਕੋਈ ਵੀ ਜਦੋਂ ਵੈਕਸੀਨ ਤਿਆਰ ਹੁੰਦੀ ਹੈ ਤਾਂ ਉਸ ਦਾ ਸਭ ਤੋਂ ਪਹਿਲਾਂ ਟਰਾਇਲ ਹੈ ਜਾਨਵਰਾਂ ਦੇ ਉੱਤੇ ਹੁੰਦਾ ਹੈ। ਇੱਕ ਵੈਕਸੀਨ ਨੂੰ ਮਨੁੱਖ ਤੱਕ ਪਹੁੰਚਣ ਦੇ ਲਈ, ਆਮ ਲੋਕਾਂ ਤੱਕ ਪਹੁੰਚਣ ਦੇ ਲਈ ਕਈ ਪੜਾਵਾਂ ਦੇ ਵਿੱਚੋਂ ਗੁਜ਼ਰਨਾ ਪੈਂਦਾ ਹੈ। ਸਭ ਤੋਂ ਪਹਿਲਾਂ ਉਸ ਦਾ ਜਿਹੜਾ ਟਰਾਇਲ ਹੈ ਉਹ ਜਾਨਵਰਾਂ ਦੇ ਉੱਤੇ ਹੁੰਦਾ ਹੈ। ਕੁਝ ਕੁ ਜਾਨਵਰਾਂ ਦੇ ਉੱਤੇ ਜੇਕਰ ਇਸ ਵੈਕਸੀਨ ਦੇ ਵਿੱਚ ਕੋਈ ਖਤਰਾ ਹੈ ਤਾਂ ਉਸ ਖਤਰੇ ਨੂੰ ਉਸੇ ਥਾਂ ਤੇ ਪਤਾ ਚੱਲ ਸਕੇ। ਉਸ ਤੋਂ ਬਾਅਦ ਜਿਹੜਾ ਇਹ ਟਰਾਇਲ ਹੈ ਮਨੁੱਖੀ ਟਰਾਇਲ ਹੁੰਦਾ ਹੈ। ਮਨੁੱਖੀ ਟਰਾਇਲ ਵੀ 3 ਫੇਜ਼ਸ ਦੇ ਵਿੱਚ ਹੁੰਦਾ ਹੈ। ਪਹਿਲਾ ਫੇਜ਼ ਹੁੰਦਾ ਹੈ ਜਿਸ ਦੇ ਵਿੱਚ 30 ਤੋਂ 35 ਜਿਹੜੇ ਵਿਅਕਤੀ ਨੇ ਉਹਨਾਂ ਦੇ ਉੱਤੇ ਕੋਈ ਵੀ ਵੈਕਸੀਨ ਦਾ ਜਿਹੜਾ ਉਹ ਟਰਾਇਲ ਹੁੰਦਾ ਹੈ। ਇਹ ਹੁੰਦੀ ਹੈ ਇੱਕ ਆਮ, ਜਿਹੜੀ ਕੋਈ ਵੀ ਆਮ ਵੈਕਸੀਨ ਹੁੰਦੀ ਹੈ ਉਸ ਦੀ ਜਿਹੜੀ ਇਹ ਟਰਾਇਲ ਹੁੰਦਾ ਹੈ ਉਹ ਇਹਨਾਂ ਸਾਰੇ ਪੜਾਵਾਂ ਵਿੱਚੋਂ ਨਿਕਲ ਕੇ ਉਸ ਤੋਂ ਬਾਅਦ ਆਮ ਜਨਤਾ ਤੱਕ ਪਹੁੰਚਦਾ ਹੈ, ਤਾਂ ਜੋ ਕਿ ਉਹ ਖਤਰੇ ਤੋਂ ਰਹਿਤ ਹੋਵੇ, ਉਸ ਦੇ ਵਿੱਚ ਕੋਈ ਖਤਰਾ ਨਾ ਹੋਵੇ। ਆਮ ਲੋਕ, ਕਿਸੇ ਵੀ ਵਰਗ ਦੇ ਲੋਕਾਂ ਦੇ ਲਈ ਜਦੋਂ ਵੈਕਸੀਨ ਤਿਆਰ ਹੁੰਦੀ ਹੈ ਤਾਂ ਉਹ ਸਾਰਾ ਕੁਝ ਪਹਿਲਾਂ ਹੀ ਉਹਨੂੰ ਵੱਖਰੇ ਵੱਖਰੇ ਪੜਾਵਾਂ ਦੇ ਵਿੱਚੋਂ ਜਿਹੜਾ ਉਹ ਗੁਜ਼ਰ ਚੁੱਕਿਆ ਹੁੰਦਾ ਹੈ। ਪਹਿਲੇ ਫੇਜ਼ ਦੇ ਵਿੱਚ ਜਦੋਂ ਮਨੁੱਖੀ ਟਰਾਇਲ ਹੁੰਦਾ ਤਾਂ 30 ਤੋਂ 35 ਵਿਅਕਤੀਆਂ ਦੇ ਉੱਤੇ ਜਿਹੜਾ ਇਸ ਦਾ ਟੈਸਟ ਹੁੰਦਾ ਹੈ। ਸਾਰੇ ਖਤਰੇ ਨੂੰ ਦੇਖਦੇ ਹੋਏ, ਉਸ ਦੇ ਪ੍ਰਭਾਵਾਂ ਨੂੰ ਦੇਖਦੇ ਹੋਏ ਉਸ ਤੋਂ ਬਾਅਦ 100, 200, 400 ਜਾਂ ਫਿਰ 500 ਵਿਅਕਤੀਆਂ ਦੇ ਉੱਤੇ ਜਿਹੜਾ ਕਿਸੇ ਵੀ ਵੈਕਸੀਨ ਦਾ ਟਰਾਇਲ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਜਦੋਂ ਉੱਥੇ ਵੀ ਉਸ ਨੂੰ ਸਫਲਤਾ ਮਿਲ ਜਾਂਦੀ ਹੈ, ਉਸ ਤੋਂ ਬਾਅਦ ਉਸ ਨੂੰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਦੇ ਉੱਤੇ ਜਿਹੜਾ ਟੈਸਟ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਇੱਕ ਤਰੀਕੇ ਨਾਲ ਇੱਕ ਕਮੇਟੀ ਬਿਠਾਈ ਜਾਂਦੀ ਹੈ ਜਿਹੜੀ ਕਿ ਵੈਕਸੀਨ ਦੀ ਪੂਰੀ ਦੇਖ ਰੇਖ ਕਰਦੀ ਹੈ ਕਿ ਵੈਕਸੀਨ ਕਿਸ ਤਰੀਕੇ ਦੇ ਨਾਲ ਬਣੀ ਹੈ, ਇਸ ਦਾ ਅੱਗੇ ਜਾ ਕੇ ਕੀ ਪ੍ਰਭਾਵ ਹੋਏਗਾ ਤੇ ਜਿਹੜੇ ਲੋਕਾਂ ਦੇ ਉੱਤੇ ਇਸ ਵੈਕਸੀਨ ਦਾ ਟੈਸਟ ਕੀਤਾ ਗਿਆ ਉਹ ਸਹੀ ਸੀ ਜਾਂ ਗਲਤ। ਇਹ ਸਭ ਨੂੰ ਦੇਖਣ ਤੋਂ ਬਾਅਦ ਹੀ ਕੋਈ ਵੈਕਸੀਨ ਹੈ ਜਿਹੜੀ ਉਹ ਲਾਂਚ ਕੀਤੀ ਜਾਂਦੀ ਹੈ। ਤਾਂ ਹੁਣ ਜਦੋਂ ਮੈਂ ਗੱਲ ਕਰਾਂ ਕਿਸੇ ਮਹਾਮਾਰੀ ਦੀ, ਅੱਜ ਦਾ ਦੌਰ ਕਰੋਨਾ ਵਾਇਰਸ ਦੇ ਵਿਚਕਾਰ ਜਿੱਥੇ ਵੱਖ-ਵੱਖ ਦੇਸ਼ਾਂ ਦੀ ਜਹਿਦ ਲੱਗੀ ਹੋਈ ਹੈ ਵੈਕਸੀਨ ਬਣਾਉਣ ਦੇ ਲਈ, ਇਸ ਦੇ ਵਿਚਕਾਰ ਤੁਹਾਨੂੰ ਮੈਂ ਦੱਸ ਦੇਵਾਂ ਕਿ ਜਦੋਂ ਵੀ ਕੋਈ ਅਜਿਹੀ ਮਹਾਮਾਰੀ ਆਉਂਦੀ ਹੈ ਤਾਂ ਵੈਕਸੀਨ ਬਹੁਤ ਜਲਦ ਹੀ ਤਿਆਰ ਕੀਤੀ ਜਾਂਦੀ ਹੈ। ਤਾਂ ਉਸ ਦੇ ਵਿਚਕਾਰ ਕੀ ਹੁੰਦਾ ਹੈ, ਜਾਨਵਰਾਂ ਤੇ ਮਨੁੱਖਾਂ ਦਾ ਟਰਾਇਲ ਹੈ ਜਿਹੜਾ ਇੱਕੋ ਨਾਲ ਚੱਲਦਾ ਹੈ। ਉਸ ਦੇ ਲਈ ਇਹ ਉਡੀਕ ਨਹੀਂ ਕੀਤੀ ਜਾ ਸਕਦੀ ਕਿ ਪਹਿਲਾਂ ਇਹਦਾ ਜਾਨਵਰਾਂ ਦੇ ਉੱਤੇ ਟਰਾਇਲ ਹੋਵੇਗਾ ਉਸ ਤੋਂ ਬਾਅਦ ਮਨੁੱਖਾਂ ਦੇ ਉੱਤੇ, ਕਿਉਂਕਿ ਮਹਾਮਾਰੀ ਜਿਹੜੀ ਬੜੀ ਤੇਜ਼ੀ ਦੇ ਨਾਲ ਫੈਲ ਰਹੀ ਹੈ। ਇਸ ਨੂੰ ਰੋਕਣ ਦੇ ਲਈ, ਇਸ ਦੇ ਉੱਤੇ ਕੰਮ ਕਰਨ ਦੇ ਲਈ, ਇਸ ਨੂੰ ਜਿਹੜੀ ਮੌਤਾਂ ਹੋ ਰਹੀਆਂ ਨੇ ਮੌਤਾਂ ਦੇ ਉੱਤੇ ਕਾਬੂ ਪਾਉਣ ਦੇ ਲਈ, ਉਸ ਦੇ ਬਾਰੇ ਤਾਂ ਫਿਰ ਇਸ ਕਰੋਨਾ ਨੂੰ ਰੋਕਣ ਦੇ ਲਈ ਵੀ ਇਹ ਵੈਕਸੀਨ ਬਣਾਉਣ ਦੇ ਲਈ ਜਿਹੜੇ ਵੱਖ-ਵੱਖ ਦੇਸ਼ ਨੇ ਉਹ ਦਾਅਵੇ ਵੀ ਕਰ ਰਹੇ ਨੇ ਤੇ ਬਣਾਉਣ ਦੇ ਲਈ ਇਸ ਦੌੜ ਦੇ ਵਿੱਚ ਸ਼ਾਮਿਲ ਵੀ ਹੋ ਰਹੇ ਨੇ। ਇਸ ਦੇ ਵਿਚਕਾਰ ਖਬਰ ਆਈ ਹੈ ਰੂਸ ਤੋਂ। ਰੂਸ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਉਹਨਾਂ ਦੇ ਵੱਲੋਂ ਵੈਕਸੀਨ ਤਿਆਰ ਕਰ ਲਈ ਗਈ ਹੈ ਤੇ ਪ੍ਰਭਾਵਸ਼ਾਲੀ ਹੈ, ਪਰ ਜਿਹੜੇ ਇਸ ਦੇ ਉੱਤੇ ਕਈ ਵੱਡੇ ਸਵਾਲ ਖੜੇ ਹੋ ਰਹੇ ਨੇ। ਇਸ ਦੇ ਬਾਰੇ ਵੀ ਅਸੀਂ ਚਰਚਾ ਕਰਾਂਗੇ, ਪਰ ਤੁਹਾਨੂੰ ਦੱਸ ਦੇਵਾਂ ਕਿ ਰਾਸ਼ਟਰਪਤੀ ਵਲਾਡੀਮੀਰ ਪੁਤਿਨ ਜਿਹੜਾ ਉਹਨਾਂ ਦੀ ਧੀ ਦੇ ਉੱਤੇ ਇਸ ਦਾ ਜਿਹੜਾ ਸਫਲਤਾਪੂਰਵਕ ਨਿਰੀਖਣ ਕੀਤਾ ਗਿਆ, ਇਸ ਦੇ ਬਾਰੇ ਅਸੀਂ ਚਰਚਾ ਕਰਦੇ ਹਾਂ ਅਣੂਬੀਰ ਦੇ ਨਾਲ। ਜਿਹੜੀ ਰੂਸ ਦੇ ਵੱਲੋਂ ਇਹ ਵੈਕਸੀਨ ਤਿਆਰ ਕੀਤੀ ਗਈ ਹੈ, ਰੂਸ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੈਕਸੀਨ ਹੈ ਜਿਹੜੀ ਕਰੋਨਾ ਵਾਇਰਸ ਦੀ ਪਹਿਲੀ ਵੈਕਸੀਨ ਹੈ ਤੇ ਰੂਸ ਨੇ ਇੱਕ ਤਰੀਕੇ ਨਾਲ ਇਤਿਹਾਸ ਰਚ ਦਿੱਤਾ ਹੈ, ਕਿਉਂਕਿ ਪਹਿਲੀ ਕਰੋਨਾ ਦੀ ਵੈਕਸੀਨ ਹੈ ਜਿਹੜੀ ਕਿ ਰਜਿਸਟਰਡ ਹੋ ਚੁੱਕੀ ਹੈ, ਪਰ ਇਸ ਦਾ ਵਿਰੋਧ ਹੋ ਰਿਹਾ ਹੈ। ਇਹ ਵਿਰੋਧ ਕਿਉਂ ਹੋ ਰਿਹਾ?
ਅਸਲ ਦੇ ਵਿੱਚ WHO ਨੇ ਵੀ ਇਸ ਵੈਕਸੀਨ ਦੇ ਪ੍ਰਤੀ ਚਿੰਤਾ ਜਤਾਈ ਹੈ। ਉਹਨਾਂ ਦਾ ਕਹਿਣਾ ਹੈ ਕਿ ਜਦ ਤੱਕ ਜਿਹੜਾ ਰੂਸ ਹੈ ਸਟੱਡੀ ਦੇ ਅੰਕੜੇ ਰਿਸਰਚ ਦੇ ਅੰਕੜੇ ਜਾਰੀ ਨਹੀਂ ਕਰਦਾ ਉਦੋਂ ਤੱਕ ਅਸੀਂ ਇਸ ਜਿਹੜੀ ਵੈਕਸੀਨ ਆ ਉਹਨੂੰ ਮਾਨਤਾ ਨਹੀਂ ਦੇਵਾਂਗੇ, ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਇਹ ਸਿਰਫ ਇੰਨੇ ਘੱਟ ਟਾਈਮ ਦੇ ਵਿੱਚ ਰਿਸਰਚ ਸੰਭਵ ਹੀ ਨਹੀਂ ਹੈ। ਔਰ ਇਸ 'ਤੇ UK ਨੇ ਸਾਫ਼ ਮਨਾ ਕਰ ਦਿੱਤਾ ਹੈ ਕਿ ਅਸੀਂ ਆਪਣੇ ਲੋਕਾਂ ਉੱਪਰ ਇਸ ਵੈਕਸੀਨ ਦਾ ਇਸਤੇਮਾਲ ਨਹੀਂ ਕਰਾਂਗੇ, ਕਿਉਂਕਿ ਜਦ ਤੱਕ ਰੂਸ ਅੰਕੜੇ ਨਹੀਂ ਜਾਰੀ ਕਰਦਾ ਅਸੀਂ ਇਸ ਰਿਸਰਚ ਨੂੰ ਸਹੀ ਨਹੀਂ ਮੰਨ ਸਕਦੇ। ਔਰ ਅਮਰੀਕਾ ਨੇ ਵੀ ਇਸ ਦਾ ਸਖਤ ਵਿਰੋਧ ਕੀਤਾ ਹੈ। ਔਰ ਰੂਸ ਦੇ ਹਮਾਇਤੀ ਦੇਸ਼ ਬ੍ਰਾਜ਼ੀਲ ਦਾ ਕਹਿਣਾ ਹੈ ਕਿ ਜਿਹੜਾ ਅਮਰੀਕਾ ਹੈ ਔਰ ਜਿਹੜੇ ਪੱਛਮੀ ਦੇਸ਼ ਨੇ ਉਹ ਸਿਰਫ ਇਸ ਲਈ ਜਿਹੜਾ ਇਹਦਾ ਵਿਰੋਧ ਕਰ ਰਹੇ ਨੇ ਕਿਉਂਕਿ ਉਹ ਇਸ ਦੌੜ ਵਿੱਚ ਪਿੱਛੇ ਰਹਿ ਗਏ, ਔਰ ਇਸ ਕਰਕੇ ਜਿਹੜੀ ਆ ਉਹ ਰੂਸ ਦੀ ਜਿਹੜੀ ਵੈਕਸੀਨ ਆ ਉਹਨੂੰ ਮਾਨਤਾ नहीं दे रहे। ਜੀ ਬਿਲਕੁਲ, ਕਈ ਦੇਸ਼ਾਂ ਦਾ ਕਹਿਣਾ ਹੈ ਕਿ ਰੂਸ ਹੈ ਜਿਹੜਾ ਕਿ ਰੂਸ ਦੇ ਵੱਲੋਂ ਜਿਹੜੀ ਵੈਕਸੀਨ ਤਿਆਰ ਕੀਤੀ ਗਈ ਹੈ ਉਸ ਦਾ ਇਸ ਲਈ ਵਿਰੋਧ ਹੋ ਰਿਹਾ ਹੈ ਕਿਉਂਕਿ ਜਿਹੜੇ ਉਸਨੇ ਸਭ ਤੋਂ ਪਹਿਲਾਂ ਬੜੀ ਤੇਜ਼ੀ ਦੇ ਨਾਲ ਹੈ ਜਿਹੜੀ ਵੈਕਸੀਨ ਤਿਆਰ ਕਰ ਲਈ ਗਈ ਹੈ, ਪਰ ਇਸ ਦੀ ਅਸਲ ਸੱਚਾਈ ਅਜੇ ਤੱਕ ਕੁਝ ਵੀ ਸਾਹਮਣੇ ਨਹੀਂ ਆਈ ਕਿਉਂਕਿ ਅਜੇ ਸਿਰਫ ਸਵਾਲ ਹੀ ਖੜੇ ਹੋ ਰਹੇ ਨੇ, ਅਜੇ ਤੱਕ ਕੋਈ ਵੀ ਜਵਾਬ ਹੈ ਜਿਹੜਾ ਉਹ ਸਾਹਮਣੇ ਨਹੀਂ ਆਇਆ। WHO ਦੇ ਵੱਲੋਂ ਵੀ ਲਗਾਤਾਰ ਰੂਸ ਨੂੰ ਸਵਾਲ ਕੀਤੇ ਜਾ ਰਹੇ ਨੇ ਕਿ ਉਹਨਾਂ ਦੇ ਵੱਲੋਂ ਜਿਹੜੇ ਵੀ ਟਰਾਇਲ ਕੀਤੇ ਗਏ ਨੇ ਉਹਨਾਂ ਨੂੰ ਅੱਗੇ ਸਬੂਤ ਵਜੋਂ ਇੱਕ ਪੇਸ਼ ਕੀਤਾ ਜਾਵੇ ਕਿ ਕਿਹੜੇ ਮਨੁੱਖਾਂ ਦੇ ਉੱਤੇ ਇਸ ਦਾ ਟਰਾਇਲ ਹੋਇਆ, ਇਸ ਦਾ ਅਸਲ ਟਰਾਇਲ ਕੀ ਹੋਇਆ ਤੇ ਇਸ ਵੈਕਸੀਨ ਨੂੰ ਬਣਾਉਣ ਦੇ ਲਈ ਕਿੰਨਾ ਸਮਾਂ ਲੱਗਿਆ ਤੇ ਇਸ ਦੇ ਵਿੱਚ ਕੀ ਹੈ ਜਿਹੜਾ ਸਭ ਕੁਝ ਸ਼ਾਮਿਲ ਹੋਇਆ। ਜੀ ਅਨਬੀਰ, ਇਸ ਦੇ ਬਾਰੇ ਹੋਰ ਕੀ ਜਾਣਕਾਰੀ ਹੈ? ਰੂਸੀ ਵਿਗਿਆਨਾਂ ਦਾ ਕਹਿਣਾ ਹੈ ਕਿ ਜਿਹੜੀ ਇਹ ਵੈਕਸੀਨ ਹੈ ਇਹਨੂੰ ਵਾਇਰਲ ਵੈਕਟਰ ਜਿਹੜਾ ਉਸ ਤਰੀਕੇ ਨਾਲ ਇਹਨੂੰ ਮਤਲਬ ਤਕਨੀਕ ਜਿਹੜੀ ਵਾਇਰਲ ਵੈਕਟਰ ਆ ਉਹ ਇੱਥੇ ਯੂਜ਼ ਕੀਤੀ ਗਈ ਹੈ। ਇੱਕ ਅਜਿਹੀ ਟੈਕਨੀਕ ਹੈਗੀ ਹੈ ਜਿਹਦੇ ਵਿੱਚ ਟੂਲਸ ਦਾ ਯੂਜ਼ ਹੁੰਦਾ ਹੈ, ਇਹਦੇ ਨਾਲ ਅਣੂ ਜੀਵ ਵਿਗਿਆਨੀ ਸੈੱਲਾਂ ਦੇ ਨਾਲ ਜੁੜੇ ਜੈਨੇਟਿਕ ਪਦਾਰਥ ਪਹੁੰਚਾਉਣ ਦਾ ਕੰਮ ਕਰਦੇ ਨੇ। ਇਸ ਪ੍ਰਕਿਰਿਆ ਦੀ ਸਹਾਇਤਾ ਨਾਲ ਜੀਵ ਵਿਗਿਆਨੀ ਲੈਬ ਦੇ ਅੰਦਰ ਕਿਸੇ ਵੀ ਵਾਇਰਸ ਦੇ DNA ਦੀਆਂ ਕਾਪੀਆਂ ਤਿਆਰ ਕਰਦੇ ਨੇ ਤਾਂ ਜੋ ਉਹਨਾਂ ਨੂੰ ਬਣਤਰ ਦੀ ਡੂੰਘਾਈ ਨਾਲ ਜਾਣ ਕੇ ਉਹਨਾਂ ਦੇ ਵਿਵਹਾਰ ਬਾਰੇ ਹੋਰ ਜਾਣਿਆ ਜਾ ਸਕੇ। ਇਹ ਪ੍ਰਕਿਰਿਆ ਨੂੰ ਕਿਸੇ ਜੀਵਤ ਜੀਵ ਅਤੇ ਸੈੱਲ ਦੇ ਅੰਦਰ ਦਾਖਲ ਕੀਤਾ ਜਾਂਦਾ ਹੈ। ਇਸ ਦੇ ਜ਼ਰੀਏ ਵਾਇਰਸ ਦੁਆਰਾ ਵਿਕਸਿਤ ਵਿਸ਼ੇਸ਼ ਅਣੂ ਕਾਰਜਾਂ ਨੂੰ ਸਮਝਣ ਵਿੱਚ ਸਹਾਇਤਾ ਮਿਲਦੀ ਹੈ ਤੇ ਉਹਨਾਂ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਜਿਹੜੀ ਇਹ ਰਿਸਰਚ ਹੈ ਬਹੁਤ ਬੁਰੀ ਡੂੰਘਾਈ ਦੇ ਨਾਲ ਕੀਤੀ ਗਈ ਹੈ ਤੇ ਇਹ ਰਿਸਰਚ ਜਿਹੜੀ ਹੈ ਉਹ ਕਰੋਨਾ ਵਾਇਰਸ ਤੇ ਕਾਬੂ ਪਾਉਣ ਲਈ ਇੱਕਦਮ ਹੀ ਸਹੀ ਹੈ। ਜੀ ਮੈਂ ਦਰਸ਼ਕਾਂ ਨੂੰ ਇਹ ਵੀ ਦੱਸ ਦੇਵਾਂ ਕਿ ਰੂਸ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਇਸ ਵਾਇਰਸ ਦੇ ਉੱਤੇ ਪਹਿਲਾਂ ਤੋਂ ਹੀ ਕੰਮ ਹੋ ਰਿਹਾ ਸੀ ਜਿਸ ਦੇ ਕਰਕੇ ਉਹਨਾਂ ਦੇ ਵੱਲੋਂ ਜਿਹੜੀ ਇਹ ਵੈਕਸੀਨ ਹੈ ਇੰਨੀ ਜਲਦੀ ਜਿਹੜੀ ਉਹ ਤਿਆਰ ਕਰ ਲਈ ਗਈ ਹੈ, ਪਰ ਅਜੇ ਵੀ ਇਸ ਦਾ ਜਿਹੜਾ ਵਿਰੋਧ ਹੋ ਰਿਹਾ ਇਸ ਦੇ ਬਾਰੇ ਅਸੀਂ ਗੱਲਬਾਤ ਕਰ ਰਹੇ ਹਾਂ ਅਨੁਬੀਰ ਦੇ ਨਾਲ। ਜੀ ਅਨੁਬੀਰ, ਹੋਰ ਕੀ ਜਿਹੜੀ ਜਾਣਕਾਰੀ ਹੈ ਇਸ ਦੇ ਬਾਰੇ ਹੁਣ ਤੱਕ ਸਾਹਮਣੇ ਆਈ ਹੈ? ਦਰਅਸਲ ਜਿਹੜੀ ਇਹ ਵੈਕਸੀਨ ਹੈ ਇਹਦੀ ਸਫਲਤਾ ਦੇ ਪਿੱਛੇ ਜਿਹੜਾ ਰੂਸ ਹੈ ਉਹਦਾ ਕਹਿਣਾ ਹੈ ਕਿ ਉਹਨਾਂ ਨੇ ਜਿਹੜੀ ਤਕਨੀਕ ਦਾ ਯੂਜ਼ ਕੀਤਾ ਹੈ ਉਹ ਅਸਲ ਦੇ ਵਿੱਚ ਉਹਨਾਂ ਨੇ ਜ਼ੀਰੋ ਤੋਂ ਉਹਨਾਂ ਨੂੰ ਕੰਮ ਨਹੀਂ ਕਰਨਾ ਪਿਆ। ਉਹਨਾਂ ਦਾ ਕਹਿਣਾ ਕਿ ਅਸੀਂ ਇਬੋਲਾ ਵਾਇਰਸ 'ਤੇ ਪਿਛਲੇ 20 ਤੋਂ 25 ਸਾਲਾਂ 'ਤੇ ਕੰਮ ਕਰ ਰਹੇ ਹਾਂ ਤੇ ਇਸ ਵਾਇਰਸ ਤੋਂ ਅਸੀਂ ਸਾਨੂੰ ਜ਼ੀਰੋ 'ਤੇ ਇਸ ਲਈ ਕੰਮ ਕਰਨਾ ਨਹੀਂ ਪਿਆ ਕਿਉਂਕਿ ਵਾਇਰਸ ਦੀ ਜਿਹੜੀਆਂ ਵੈਕਸੀਨ ਬਣਾਉਣ ਦੀ ਪ੍ਰਕਿਰਿਆ ਹੈ ਉਹ ਆਲਮੋਸਟ ਸੇਮ ਹੀ ਹੁੰਦੀ ਹੈ। ਇਸ ਤਕਨੀਕ ਦਾ ਉਪਯੋਗ ਕਰਕੇ ਰੂਸੀ ਵਿਗਿਆਨਕਾਂ ਨੇ ਕੀ ਕੀਤਾ ਹੈ ਕਿ ਜਿਹੜੀ ਕਰੋਨਾ ਵਾਇਰਸ ਦੇ ਖਿਲਾਫ ਜਿਹੜੀ ਉਹਨਾਂ ਨੇ ਵੈਕਸੀਨ ਬਣਾਈ ਹੈ ਤੇ ਉਹਨਾਂ ਨੇ ਇਹ ਚਮਤਕਾਰ ਕਰ ਦਿਖਾਇਆ ਹੈ ਔਰ ਉਹ ਇਸ ਚੀਜ਼ ਨੂੰ ਰੂਸੀ ਰਾਸ਼ਟਰਪਤੀ ਇਸ ਚੀਜ਼ ਨੂੰ ਨਕਾਰ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਅਗਰ ਇਹ ਵੈਕਸੀਨ ਕਾਮਯਾਬ ਨਹੀਂ ਹੈਗੀ ਹੈ ਤਾਂ ਫਿਰ ਮੈਂ ਆਪਣੀ ਬੇਟੀ 'ਤੇ ਇਸ ਦਾ ਇਸਤੇਮਾਲ ਕਿਉਂ ਕਰਾਂਗਾ। ਉਹਨਾਂ ਨੇ ਇਹ ਵੀ ਇਲਜ਼ਾਮ ਲਗਾਏ ਕਿ ਜਿਹੜੇ ਪੱਛਮੀ ਦੇਸ਼ ਨੇ ਉਹ ਸਿਰਫ ਇਸ ਦੇ ਲਈ ਸਾਈਡ 'ਤੇ ਇਲਜ਼ਾਮ ਲਗਾ ਰਹੇ ਨੇ ਕਿਉਂਕਿ ਉਹ ਇਸ ਰੇਸ ਦੇ ਵਿੱਚ ਪਿੱਛੇ ਰਹਿ ਗਏ ਨੇ ਤੇ ਉਹ ਸਿਰਫ ਆਪਣੇ ਕਰੋਨਾ ਦੀ ਵੈਕਸੀਨ ਪਹਿਲਾਂ ਬਣਾ ਕੇ ਇਹ ਜ਼ਾਹਿਰ ਕਰਨਾ ਚਾਹੁੰਦੇ ਸਨ ਕਿ ਜਿਹੜੀ ਸਾਰੀ ਵਿਗਿਆਨੀ ਪਾਵਰ ਹੈ ਜਾਂ ਸਾਰੀ ਜਿੰਨੇ ਵੀ ਨੌਲੇਜ ਜਾਂ ਜਿੰਨੇ ਇੰਟੈਲੀਜੈਂਟ ਪਰਸਨ ਨੇ ਉਹ ਸਿਰਫ ਪੱਛਮੀ ਦੇਸ਼ਾਂ ਦੇ ਵਿੱਚ ਹੀ ਨੇ, ਛੋਟੇ ਮੋਟੇ ਜਾਂ ਫਿਰ ਰੂਸ ਵਰਗੇ ਜਾਂ ਫਿਰ ਕੋਈ ਹੋਰ ਦੇਸ਼ ਜਿਹੜਾ ਉਹ ਇਸ ਵੈਕਸੀਨ ਨੂੰ ਤਿਆਰ ਨਹੀਂ ਕਰ ਸਕਦਾ। ਪਰ ਇਸ ਦੇ ਵਿਚਕਾਰ ਨੂੰ ਮੈਂ ਉਹ ਜਾਣਨਾ ਚਾਹਾਂਗੀ ਕਿ ਜਿਹੜੇ ਸਵਾਲ ਰੂਸ ਨੂੰ ਕੀਤੇ ਜਾ ਰਹੇ ਨੇ ਉਹ ਕਿਹੜੇ ਸਵਾਲ ਨੇ ਜਿਹੜੇ ਰੂਸ ਤੋਂ ਬਾਰ-ਬਾਰ ਪੁੱਛੇ ਜਾ ਰਹੇ ਨੇ, ਭਾਵੇਂ WHO ਹੋਵੇ ਭਾਵੇਂ ਹੋਰ ਦੇਸ਼ ਹੋਣ, ਉਹ ਕਿਹੜੇ ਸਵਾਲ ਨੇ ਜਿਹੜੇ ਰੂਸ ਨੂੰ ਕਰ ਰਹੇ ਨੇ? ਉਹਨਾਂ ਦਾ ਕਹਿਣਾ ਹੈ ਕਿ ਇੰਨੇ ਘੱਟ ਸਮੇਂ ਵਿੱਚ ਵੈਕਸੀਨ ਤਿਆਰ ਹੀ ਕਿਵੇਂ ਹੋਈ ਔਰ ਉੱਪਰ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਇਹ ਵੈਕਸੀਨ ਹੈ ਇਹਦੇ ਸਾਈਡ ਇਫੈਕਟ ਵੀ ਹੋ ਸਕਦੇ ਨੇ ਔਰ ਇਹ ਗੱਲ ਅਸੀਂ ਇਸ ਨੂੰ ਨਕਾਰ ਨਹੀਂ ਸਕਦੇ ਕਿਉਂਕਿ ਇੱਕ ਰਿਪੋਰਟ ਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਫੌਂਟਿਕਾ ਨਿਊਜ਼ ਏਜੰਸੀ ਦਾ ਕਹਿਣਾ ਹੈ ਕਿ ਜਿਹੜੀ ਵੈਕਸੀਨ ਦੇ ਇਸਤੇਮਾਲ ਕਰਨ ਤੋਂ ਬਾਅਦ ਕਈ ਤਰ੍ਹਾਂ ਦੀਆਂ ਦਿੱਕਤਾਂ ਹੁੰਦੀਆਂ ਨੇ ਤੇ ਇਹ ਜਿਹੜੇ ਦਿੱਕਤਾਂ ਨੇ ਇਹ ਦੁਹਰਾਉਂਦੀਆਂ ਵੀ ਨੇ, ਇਹ ਵਾਰ-ਵਾਰ ਆਉਂਦੀਆਂ ਵੀ ਨੇ ਤੇ ਕਈ ਵਾਰ ਇਹ ਬਹੁਤ ਲੰਬੇ ਸਮੇਂ ਤੱਕ ਵੀ ਦਿੱਕਤਾਂ ਰਹਿੰਦੀਆਂ ਨੇ। ਬਹੁਤ ਸਾਰੇ ਸਾਈਡ ਇਫੈਕਟ ਆਪਣੇ ਆਪ ਠੀਕ ਹੋ ਗਏ ਦੇ ਟਰਾਇਲ ਦੇ 42ਵੇਂ ਦਿਨ ਜਿਹੜੇ ਸਾਈਡ ਇਫੈਕਟ ਦੀਆਂ ਜਿਹੜੀਆਂ 31 ਘਟਨਾਵਾਂ ਅਜੇ ਵੀ ਜਾਰੀ ਸਨ ਤੇ ਜਿਹੜੇ 18 ਤੋਂ ਘੱਟ ਅਤੇ 60 ਤੋਂ ਵੱਧ ਉਮਰ ਦੇ ਜਿਹੜੇ ਵਿਅਕਤੀ ਸੀਗੇ ਉਹਨਾਂ ਨੂੰ ਇਸ ਵੈਕਸੀਨ ਦਾ ਇਸਤੇਮਾਲ ਨਹੀਂ ਦਿੱਤਾ ਜਾਵੇਗਾ, ਉਹਨਾਂ 'ਤੇ ਇਸਤੇਮਾਲ ਨਹੀਂ ਹੋਵੇਗਾ ਕਿਉਂਕਿ ਜਿਹੜੀ ਇਹਦੇ ਉੱਪਰ ਰਿਸਰਚ ਕੀਤੀ ਗਈ ਹੈ ਉਹਦਾ ਅਜੇ ਰਿਜ਼ਲਟ ਨਹੀਂ ਆਇਆ ਤੇ ਇਸ ਕਰਕੇ ਇਹੋ ਜਿਹੇ ਕਈ ਸਵਾਲ ਨੇ। ਉਹਨਾਂ ਦਾ ਕਹਿਣਾ ਹੈ ਕਿ ਸਿਰਫ 42 ਦਿਨ ਦੇ ਵਿੱਚ ਕੋਈ ਵੈਕਸੀਨ ਕਿਸ ਤਰ੍ਹਾਂ ਤਿਆਰ ਹੋ ਸਕਦੀ ਹੈ ਤੇ ਜਿਹੜੇ ਰੂਸ ਹੈ ਉਹ ਸਾਇੰਟੀਫਿਕ ਜਿਹੜੇ ਅੰਕੜੇ ਜਾਰੀ ਨਾ ਕਰਕੇ
ਕੋਈ ਨਾ ਕੋਈ ਸੱਚ ਜਿਹੜਾ ਆ ਉਹ ਪੂਰੇ ਸੰਸਾਰ ਤੋਂ ਲੁਕਾ ਰਿਹਾ ਹੈ, ਤੇ ਜਿਹੜਾ ਇਹ ਨਾ ਹੋਵੇ ਕਿ ਇਹ ਵੈਕਸੀਨ ਪੂਰੇ ਸੰਸਾਰ ਵਿੱਚ ਯੂਜ਼ ਕੀਤੀ ਜਾਵੇ ਤੇ ਉਸ ਤੋਂ ਬਾਅਦ ਕੋਈ ਨਵੀਂ ਮਹਾਮਾਰੀ ਜਨਮ ਲੈ ਜਾਵੇ ਅਤੇ ਜਿਸ ਤੋਂ ਬਾਅਦ ਕੀ ਹੈ ਕਿ ਇਸ ਤੇ ਕਾਬੂ ਪਾਉਣਾ ਨਾਮੁਮਕਿਨ ਹੋ ਜਾਵੇ। ਜੀ ਬਿਲਕੁਲ, ਕਰੋਨਾ ਵਾਇਰਸ ਇਹ ਸਭ ਜਾਣਦੇ ਹਾਂ ਕਿ ਕਰੋਨਾ ਵਾਇਰਸ ਬੜਾ ਹੀ ਖਤਰਨਾਕ ਹੈ, ਜਿਸ ਦੀ ਅਜੇ ਤੱਕ ਕੋਈ ਵੀ ਵੈਕਸੀਨ ਤਿਆਰ ਨਹੀਂ ਹੋਈ ਹੈ। ਇਸ ਦੇ ਉੱਤੇ ਕਾਬੂ ਪਾਉਣਾ ਵੀ ਜਿਹੜਾ ਮੁਸ਼ਕਿਲ ਹੈ। ਇਸ ਰੇਸ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਦੱਸ ਦੇਵਾਂ ਕਿ ਕਰੋਨਾ ਵਾਇਰਸ ਦੇ ਸਭ ਤੋਂ ਵੱਧ ਅੰਕੜੇ ਹੁਣ ਤੱਕ ਅਮਰੀਕਾ ਦੇ ਵਿੱਚ ਸਾਹਮਣੇ ਆ ਚੁੱਕੇ ਨੇ, ਤੇ ਦੂਜੇ ਨੰਬਰ ਦੇ ਉੱਤੇ ਬ੍ਰਾਜ਼ੀਲ ਹੈ, ਤੇ ਤੀਜੇ ਨੰਬਰ ਦੇ ਉੱਤੇ ਭਾਰਤ ਵੀ ਪਹੁੰਚ ਗਿਆ, ਜਿੱਥੇ ਕਿ ਅੰਕੜੇ ਨੇ ਜਿਹੜੇ ਰੋਜ਼ਾਨਾ ਵੱਧ ਰਹੇ ਨੇ। ਇਸ ਦੇ ਵਿਚਕਾਰ ਵੈਕਸੀਨ ਦੀ ਸਭ ਨੂੰ ਉਡੀਕ ਹੈ। ਤੇ ਤੁਹਾਨੂੰ ਦੱਸ ਦੇਵਾਂ ਕਿ ਰੂਸ ਦੇ ਵੱਲੋਂ ਜਿਹੜੀ ਵੈਕਸੀਨ ਤਿਆਰ ਕਰਨ ਦਾ ਦਾਅਵਾ ਕੀਤਾ ਗਿਆ, ਇੱਕ ਖੁਸ਼ੀ ਦੀ ਤਾਂ ਗੱਲ ਹੈ, ਪਰ ਤੁਹਾਨੂੰ ਮੈਂ ਇਹ ਵੀ ਦੱਸ ਦੇਵਾਂ ਕਿ ਜਿਹੜੀ ਵੈਕਸੀਨ ਹੈ 18 ਸਾਲ ਤੋਂ ਘੱਟ ਉਮਰ ਦੇ ਤੇ 60 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦੇ ਉੱਤੇ ਜਿਹੜੀ ਇਸ ਦਾ ਇਸਤੇਮਾਲ ਨਹੀਂ ਕੀਤਾ ਜਾ ਸਕਦਾ। ਇਹ ਵੀ ਰੂਸ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ। ਤੇ ਰੂਸ ਦੇ ਵੱਲੋਂ ਜਿਹੜੇ ਅੰਕੜੇ ਬਾਰ-ਬਾਰ ਉਸ ਨੂੰ ਸਵਾਲ ਪੁੱਛਿਆ ਜਾ ਰਿਹਾ, ਅੰਕੜੇ ਵੀ ਨਹੀਂ ਜਾਰੀ ਕੀਤੇ ਜਾ ਰਹੇ। ਅਜੇ ਵੀ ਇੱਕੋ ਸਵਾਲ ਰੂਸ ਨੂੰ WHO ਕਰ ਰਿਹਾ, ਉਹੀ ਸਵਾਲ ਬਾਕੀ ਦੇਸ਼ ਕਰ ਰਹੇ ਨੇ, ਭਾਵੇਂ ਉਹ ਕੁਝ ਵੀ ਹੋਵੇ, ਕਿਉਂਕਿ ਜੇਕਰ ਇਸ ਮਹਾਮਾਰੀ ਦੇ ਉੱਤੇ ਕਾਬੂ ਪਾਉਣਾ ਹੈ ਤਾਂ ਉਸ ਦੇ ਲਈ ਜਿਹੜਾ ਓਰੀਜਨਲ ਰਿਜ਼ਲਟ ਹੈ ਉਹ ਦੇਖਣਾ ਜ਼ਰੂਰੀ ਹੈ, ਕਿਉਂਕਿ ਖਤਰੇ ਨੂੰ ਟਾਲਦੇ ਹੋਏ ਕੋਈ ਵੱਡਾ ਖਤਰਾ ਮੁੱਲ ਨਹੀਂ ਲੈ ਸਕਦੇ। ਜੀ ਅਨਬੀਰ। ਹਾਂਜੀ, ਭਾਵੇਂ ਕਿ ਸਾਰਾ ਸੰਸਾਰ ਜਿਹੜਾ ਹੈ ਕਰੋਨਾ ਦੀ ਵੈਕਸੀਨ ਨੂੰ ਮਤਲਬ ਬਣਾਉਣ ਲਈ ਜਦੋਜਹਿਦ ਕਰ ਰਿਹਾ ਹੈ, ਪਰ ਇੰਝ ਲੱਗਦਾ ਹੈ ਕਿ ਇਸ ਵੈਕਸੀਨ ਨੂੰ ਬਣਾਉਣ ਲਈ ਕਾਹਲੀ ਨਹੀਂ ਕਰਨੀ ਚਾਹੀਦੀ। ਅਗਰ ਕੋਈ ਵੀ ਐਵੇਂ ਦਾ ਫੈਸਲਾ ਲਿਆ ਗਿਆ ਜਿਹਦੇ ਨਾਲ ਕਿ ਜਿਹੜਾ ਸੰਸਾਰ ਹੈ ਉਹ ਦਿੱਕਤਾਂ ਵਿੱਚ ਪੈ ਜਾਵੇ, ਔਰ ਇਸ ਸੰਸਾਰ ਦੇ ਨਾਲ ਅਗਰ ਇਸ ਵੈਕਸੀਨ ਦੇ ਨਾਲ ਕੋਈ ਨਵੀਂ ਬਿਮਾਰੀ ਪੈਦਾ ਹੋ ਜਾਵੇ ਤੇ ਜਲਦਬਾਜ਼ੀ ਵਿੱਚ ਜਿਹੜਾ ਲਿਆ ਫੈਸਲਾ ਆ ਉਹ ਸਾਡੇ 'ਤੇ ਹੀ ਭਾਰੀ ਪੈ ਸਕਦਾ। ਇਸ ਦੇ ਲਈ WHO ਵੀ ਔਰ ਦੂਜੇ ਮੁਲਕ ਵੀ ਕਹਿ ਰਹੇ ਨੇ ਕਿ ਜਾਂ ਤਾਂ ਉਹਦੇ ਸਾਇੰਟੀਫਿਕ ਅੰਕੜੇ ਜਾਰੀ ਕਰ ਦਿੱਤੇ ਜਾਣ, ਔਰ ਜਾਂ ਫਿਰ ਕੀ ਹੈ ਕਿ ਉਹਨੂੰ ਪ੍ਰੋਪਰਲੀ ਤਰੀਕੇ ਨਾਲ ਜਿਹੜੀ ਕਲੀਨਿਕਲ ਰਿਸਰਚ ਹੈ ਉਹ ਅਜੇ ਬਾਕੀ ਹੈ, ਤੇ ਉਹ ਕੰਪਲੀਟ ਹੋਣ ਦੇ ਬਾਅਦ ਹੀ ਜਿਹੜੀ ਹੈ ਇਹ ਜਿਹੜੀ ਵੈਕਸੀਨ ਹੈ ਇਹ ਮਰੀਜ਼ਾਂ ਨੂੰ ਦਿੱਤੀ ਜਾਵੇ, ਤਾਂ ਕਿ ਕਿਸੇ ਨੂੰ ਵੀ ਇਹਦਾ ਖਮਿਆਜ਼ਾ ਨਾ ਭੁਗਤਣਾ ਪਵੇ। ਜੀ ਬਿਲਕੁਲ, ਰੂਸ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਅਕਤੂਬਰ ਦੇ ਵਿੱਚ ਹੈ ਜਿਹੜੀ ਇਹ ਵੈਕਸੀਨ ਆਮ ਲੋਕਾਂ ਤੱਕ ਪਹੁੰਚ ਜਾਵੇਗੀ, ਪਰ ਉਸ ਤੋਂ ਪਹਿਲਾਂ ਹੀ ਵੈਕਸੀਨ ਸਵਾਲਾਂ ਦੇ ਘੇਰੇ ਦੇ ਵਿੱਚ ਹੈ। ਸਵਾਲ ਹੋਵੇ ਵੀ ਕਿਉਂ ਨਾ, ਕਿਉਂਕਿ ਕਰੋਨਾ ਵਾਇਰਸ ਹੈ ਜਿਹੜਾ ਮਹਾਮਾਰੀ ਹੈ ਇੱਕ, ਇਸ ਤੋਂ ਬਚਣ ਦੇ ਲਈ ਕੋਈ ਇੱਕ ਦੇਸ਼ ਨਹੀਂ ਜਿਹੜਾ ਇਹਦੇ ਉੱਤੇ ਕੰਮ ਕਰ ਰਿਹਾ, ਹੋਰ ਵੀ ਕਈ ਦੇਸ਼ ਨੇ, ਕਈ ਯੂਨੀਵਰਸਿਟੀਜ਼ ਵਿੱਚ ਇਸ ਦੀ ਰਿਸਰਚ ਚੱਲ ਰਹੀ ਹੈ। ਇਸ ਤੋਂ ਬਾਅਦ ਜਿਹੜੇ ਸਵਾਲ ਕਰਨੇ ਤਾਂ ਬਣਦੇ ਹੀ ਨੇ, ਕਿਉਂਕਿ ਆਮ ਲੋਕਾਂ ਤੱਕ ਜੇਕਰ ਇਹ ਵੈਕਸੀਨ ਪਹੁੰਚਦੀ ਹੈ ਤੇ ਜੇਕਰ ਇਹ ਖਤਰਨਾਕ ਸਾਬਤ ਹੁੰਦੀ ਹੈ ਤਾਂ ਇਸ ਦਾ ਵੱਡਾ ਖਾਮਿਆਜ਼ਾ ਜਿਹੜਾ ਉਹ ਭੁਗਤਣਾ ਪੈ ਸਕਦਾ ਹੈ। ਪਰ ਰੂਸ ਦੇ ਵੱਲੋਂ ਅਜੇ ਵੀ ਇਹੀ ਦਾਅਵਾ ਕੀਤਾ ਜਾ ਰਿਹਾ ਕਿ ਉਹਨਾਂ ਦੇ ਵੱਲੋਂ ਜਿਹੜੀ ਵੈਕਸੀਨ ਹੈ ਬਿਲਕੁਲ ਸਫਲਤਾਪੂਰਵਕ ਲਾਂਚ ਕੀਤੀ ਗਈ ਹੈ। ਰਾਸ਼ਟਰਪਤੀ ਦੇ ਵੱਲੋਂ ਬਾਰ-ਬਾਰ ਇਹ ਦਾਅਵਾ ਕੀਤਾ ਜਾ ਰਿਹਾ ਕਿ ਉਹਨਾਂ ਦੇ ਜਿਹੜੀ ਉਹਨਾਂ ਦੀ ਧੀ ਦੇ ਉੱਤੇ ਇਸ ਦਾ ਟਰਾਇਲ ਹੈ ਤਾਂ ਉਹ ਬਿਲਕੁਲ ਸਫਲ ਗਿਆ, ਤਾਂ ਉਹ ਕਿਸੇ ਹੋਰ ਦੀ ਜਾਨ ਦੇ ਨਾਲ ਖਿਲਵਾੜ ਨਹੀਂ ਕਰਨਗੇ। ਰੂਸ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਉਹਨਾਂ ਦੇ ਵੱਲੋਂ ਇਸ ਵਾਇਰਸ ਦੇ ਉੱਤੇ ਪਹਿਲਾਂ ਵੀ ਕੰਮ ਕੀਤਾ ਜਾ ਰਿਹਾ ਸੀ, ਇਸੇ ਕਰਕੇ ਉਹਨਾਂ ਦੇ ਵੱਲੋਂ ਜਿਹੜੀ ਇਹ ਦਵਾਈ ਹੈ, ਇਹ ਵੈਕਸੀਨ ਹੈ, ਇਹ ਜਲਦੀ ਤਿਆਰ ਕਰ ਲਈ ਗਈ ਹੈ ਤੇ ਆਮ ਲੋਕਾਂ ਤੱਕ ਵੀ ਜਲਦੀ ਪਹੁੰਚਾਈ ਜਾਵੇਗੀ। ਪਰ ਕਈ ਦੇਸ਼ ਅਜਿਹੇ ਨੇ ਜਿਨ੍ਹਾਂ ਨੇ ਇਸ ਵੈਕਸੀਨ ਦਾ ਪੂਰੇ ਤਰੀਕੇ ਨਾਲ ਬਾਈਕਾਟ ਕਰ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ ਆਪਣੇ ਦੇਸ਼ ਦੇ ਵਿਅਕਤੀਆਂ ਨੂੰ ਇਸ ਵੈਕਸੀਨ ਦਾ ਇਸਤੇਮਾਲ ਨਹੀਂ ਕਰਨ ਦੇਣਗੇ। WHO ਦਾ ਵੀ ਇਹੀ ਕਹਿਣਾ ਹੈ ਕਿ ਜਦੋਂ ਤੱਕ ਇਸ ਵੈਕਸੀਨ ਦੇ ਪੂਰੇ ਅੰਕੜੇ ਨਸ਼ਰ ਨਹੀਂ ਕੀਤੇ ਜਾਂਦੇ ਉਦੋਂ ਤੱਕ ਇਸ ਦੇ ਉੱਤੇ ਇਸ ਨੂੰ ਆਮ ਲੋਕਾਂ ਤੱਕ ਪਹੁੰਚਾਉਣਾ ਬਿਲਕੁਲ ਗਲਤ ਹੋਵੇਗਾ। ਪਰ ਉਧਰ ਰੂਸ ਦੇ ਵੱਲੋਂ ਅਜੇ ਤੱਕ ਕੋਈ ਵੀ ਅੰਕੜੇ ਜਾਰੀ ਨਹੀਂ ਕੀਤੇ ਗਏ। ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਰੂਸ ਦੇ ਦੁਆਰਾ ਹੀ ਬਣਾਈ ਗਈ ਵੈਕਸੀਨ ਹੈ ਜਿਹੜੀ ਕਰੋਨਾ ਵਾਇਰਸ ਦਾ ਹੱਲ ਕੱਢ ਸਕਦੀ ਹੈ ਜਾਂ ਨਹੀਂ। ਇਸ ਦੇ ਬਾਰੇ ਹੋਰ ਜਾਣਕਾਰੀ ਦੇ ਲਈ ਅਸੀਂ ਇੱਕ ਵਾਰ ਫੇਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ ਸਕਾਈ ਨਿਊਜ਼ ਪੰਜਾਬ।